ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣੀਆਂ ਖਬਰਾਂ ਦੇ ਉੱਪਰ। ਕੈਨੇਡਾ ਆਉਣ ਤੋਂ ਨਾ ਕਰਨ ਲੱਗੇ ਵਿਦਿਆਰਥੀ, ਵਾਧੂ ਖਰਚੇ ਨੇ ਬਦਲੇ ਵਿਦਿਆਰਥੀਆਂ ਦੇ ਮਨ। ਜਬਰ ਜਨਾਹ ਤੇ ਬੱਚੇ ਦਾ ਕਤਲ ਕਰਕੇ ਭੱਜਣ ਵਾਲਾ ਗ੍ਰਿਫਤਾਰ। ਅਮਰੀਕਾ ਤੋਂ ਭੱਜਾ ਬਰੈਂਪਟਨ ਤੋਂ ਗ੍ਰਿਫਤਾਰ। OCI ਕਾਰਡ ਧਾਰਕਾਂ ਦੀ ਭਾਰਤ ਸਰਕਾਰ ਤੋਂ ਮੰਗ, ਕਾਰਡ ਨਵੀਨੀਕਰਨ ਦੀ ਤਾਰੀਖ ਨੂੰ ਵਧਾਇਆ ਜਾਵੇ। 2020 ਦੇ ਵਿੱਚ ਘਟ ਹੋਈ ਕੈਨੇਡਾ ਦੀ ਆਬਾਦੀ, ਵਿਸ਼ਵ ਯੁੱਧ ਤੋਂ ਬਾਅਦ ਹੋਇਆ ਅਜਿਹਾ ਪਹਿਲੀ ਵਾਰ। ਬਰਨਵੀ ਤੋਂ ਹਿੱਟ ਐਂਡ ਰਨ ਦਾ ਮਾਮਲਾ ਆਇਆ ਸਾਹਮਣੇ, 19 ਸਾਲ ਦੇ ਲੜਕੇ ਦੇ ਲੱਗੀਆਂ ਸੱਟਾਂ। ਕੋਰੋਨਾ ਵਾਇਰਸ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਹੀ ਕੈਨੇਡਾ ਦੇ ਵਿੱਚ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ। ਜੇਕਰ ਸਟੂਡੈਂਟਸ ਦੀ ਗੱਲ ਕਰੀਏ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਗੱਲ ਕਹੀ ਗਈ ਉਹ ਕੈਨੇਡਾ ਪੜ੍ਹਾਈ ਕਰਨ ਦੇ ਵਾਸਤੇ ਆ ਸਕਦੇ ਨੇ, ਜਾਣੀ ਕਿ ਇਹਨਾਂ ਟਰੈਵਲ ਰਿਸਟ੍ਰਿਕਸ਼ਨ ਤੋਂ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ। ਪਰ ਕਿਉਂਕਿ ਹੁਣ ਕੈਨੇਡਾ ਦੇ ਵਿੱਚ ਨਵਾਂ ਜੋ ਨਿਯਮ ਲਾਗੂ ਕੀਤਾ ਗਿਆ, ਉਸ ਦੇ ਮੁਤਾਬਕ ਤੁਹਾਨੂੰ 3 ਦਿਨਾਂ ਦੇ ਲਈ ਆਪਣੇ ਖਰਚੇ ਦੇ ਉੱਪਰ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ। ਅੰਤਰਰਾਸ਼ਟਰੀ ਵਿਦਿਆਰਥੀ ਇਸ ਦੇ ਕਾਰਨ ਆਪਣੀ ਜੋ ਕੈਨੇਡਾ ਦੀ ਫੇਰੀ ਹੈ, ਜਾਣੀ ਕਿ ਉੱਥੇ ਆ ਕੇ ਪੜ੍ਹਾਈ ਕਰਨ ਦਾ ਮੌਕਾ ਜਾਂ ਤਾਂ ਉਸਨੂੰ ਰੱਦ ਕਰ ਰਹੇ ਨੇ ਜਾਂ ਫਿਰ ਉਸਨੂੰ ਮੁਅੱਤਲ ਕਰ ਰਹੇ ਨੇ। ਇਸ ਦਾ ਕਾਰਨ ਇਹੀ ਦੱਸਿਆ ਜਾ ਰਿਹਾ ਹੈ ਕਿ ਜੋ ਐਡੀ ਵੱਡੀ ਰਕਮ ਜਿਹੜੀ ਉਹਨਾਂ ਨੂੰ ਹੋਟਲ ਦੇ ਵਿੱਚ ਕੁਆਰੰਟਾਈਨ ਕਰਨ ਦੇ ਲਈ ਦੇਣੀ ਪਵੇਗੀ, ਉਹ ਤਾਂ ਉਹਨਾਂ ਦੇ ਅੱਧੇ ਸਮੈਸਟਰ ਦੀ ਫੀਸ ਹੈ। ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੈਨੇਡਾ ਜਾ ਕੇ ਪੜ੍ਹਾਈ ਦੀ ਯੋਜਨਾ ਨੂੰ ਜਾਂ ਤਾਂ ਰੱਦ ਕੀਤਾ ਜਾ ਰਿਹਾ ਹੈ ਜਾਂ ਫਿਰ ਮੁਅੱਤਲ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਹੈ ਕਿ ਓਟਵਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਕਿ ਕੈਨੇਡਾ ਅੰਦਰ ਤੁਸੀਂ 4 ਹੀ 에ਅਰਪੋਰਟ ਦੇ ਰਾਹੀਂ ਦਾਖਲ ਹੋ ਸਕਦੇ ਹੋ। ਇਸ ਦੇ ਨਾਲ ਹੀ ਕੈਨੇਡਾ ਆਉਣ ਦੇ ਉੱਪਰ ਤੁਹਾਨੂੰ 3 ਦਿਨਾਂ ਦੇ ਲਈ ਆਪਣੇ ਖਰਚੇ ਤੇ ਲਾਜ਼ਮੀ ਹੋਟਲ ਕੁਆਰੰਟਾਈਨ ਕਰਨਾ ਪਵੇਗਾ। ਆਫਿਸਰ ਆਫ ਕਾਲਜਿਸ ਐਂਡ ਇੰਸਟੀਚਿਊਟ ਕੈਨੇਡਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੋਟਲ ਕੁਆਰੰਟਾਈਨ ਦਾ $2000 ਦਾ ਬਿੱਲ ਸਟੂਡੈਂਟਸ ਦੇ ਅੱਧੇ ਸਮੈਸਟਰ ਦੀ ਫੀਸ ਹੈ। ਕਿਉਂਕਿ ਇਹ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ 4 에ਅਰਪੋਰਟ ਦੇ ਰਾਹੀਂ ਹੀ ਦਾਖਲ ਹੋ ਸਕਦੇ ਨੇ, ਇਸ ਦੇ ਵਿੱਚ ਵੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਦਾਹਰਨ ਦੇ ਤੌਰ ਦੇ ਉੱਪਰ ਜੇਕਰ ਕੋਈ ਅੰਤਰਰਾਸ਼ਟਰੀ ਸਟੂਡੈਂਟ ਨਿਊ ਬਰਨਸਵਿਕ ਜਾਣਾ ਚਾਹੁੰਦਾ ਹੈ, ਉਹਦੀ ਫਲਾਈਟ ਟੋਰਾਂਟੋ ਉਤਰੇਗੀ, ਜਿੱਥੇ ਉਸ ਨੂੰ ਕੁਆਰੰਟਾਈਨ ਕਰਨਾ ਪਵੇਗਾ। ਇਸ ਦੇ ਉੱਪਰ ਖਰਚਾ ਤਾਂ ਆਵੇਗਾ, ਬਾਅਦ ਦੇ ਵਿੱਚ ਆਪਣੇ ਕਾਲਜ ਤੱਕ ਜਾਣ ਦਾ ਵੀ ਖਰਚਾ ਵੱਖ ਹੋਵੇਗਾ ਤੇ ਉੱਥੇ ਦੇ ਜਿਹੜੇ ਕੁਆਰੰਟਾਈਨ ਦੇ ਰੂਲ ਹੋਣਗੇ ਉਹਨਾਂ ਨੂੰ ਅਲੱਗ ਤੋਂ ਮੰਨਣਾ ਪਵੇਗਾ। ਆਫਿਸਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ 2020 ਤੋਂ 2021 ਦੌਰਾਨ 20 ਤੋਂ 30% ਦੇ ਨਾਲ ਘੱਟ ਹੋਏ ਹਨ। ਇਹ ਤੁਲਨਾ 2019 ਤੋਂ ਲੈ ਕੇ 2020 ਦੌਰਾਨ ਦੀ ਕੀਤੀ ਗਈ ਹੈ। ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਟੋਰਾਂਟੋ, ਮੌਂਟਰੀਅਲ, ਕੈਲਗਰੀ ਤੇ ਵੈਂਕੂਵਰ 에ਅਰਪੋਰਟ ਦੇ ਰਾਹੀਂ ਹੀ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਹੋ ਤੇ ਇਸ ਤੋਂ ਬਾਅਦ ਕੁਆਰੰਟਾਈਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਨਵੀਆਂ ਰਿਸਟ੍ਰਿਕਸ਼ਨਸ ਤੋਂ ਪਹਿਲਾਂ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਕੈਨੇਡਾ ਦੇ ਅੰਦਰ 17% ਤੱਕ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਕਮੀ ਦੇਖੀ ਗਈ ਹੈ। 2019 ਦੌਰਾਨ ਕੈਨੇਡਾ ਅੰਦਰ 6,39,000 ਦੇ ਕਰੀਬ ਸਟੂਡੈਂਟਸ ਆਏ, ਜਦਕਿ 2020 ਦੇ ਵਿੱਚ ਇਹ ਗਿਣਤੀ 5,31,000 ਸੀ। ਇਹ ਅੰਕੜਾ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝਾ ਕੀਤਾ ਗਿਆ ਹੈ। ਕੈਨੇਡਾ ਦੀਆਂ 96 ਯੂਨੀਵਰਸਿਟੀ ਅਤੇ 51 ਇੰਸਟੀਟਿਊਸ਼ਨਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਕਮੀ ਦੇਖੀ ਜਾ ਰਹੀ ਹੈ। 26 ਅਜਿਹੇ ਇੰਸਟੀਟਿਊਟ ਹਨ ਜਿਨ੍ਹਾਂ ਦੇ ਵਿੱਚ 10% ਦੇ ਨਾਲ ਘੱਟ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਹਨ। ਜਬਰ ਜਨਾਹ ਤੇ ਨਵਜੰਮੇ ਬੱਚੇ ਦੇ ਕਤਲ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕੀਤਾ ਗਿਆ। ਦਰਅਸਲ ਇਹ ਵਿਅਕਤੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚੋਂ ਭੱਜ ਗਿਆ ਸੀ ਕਾਫੀ ਸਮਾਂ ਪਹਿਲਾਂ। ਉਸ ਤੋਂ ਬਾਅਦ ਉਸਨੂੰ ਬਰੈਂਪਟਨ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਵਿਅਕਤੀ ਵੱਲੋਂ ਆਪਣੀ ਹੀ ਰਿਸ਼ਤੇਦਾਰ ਦੇ ਨਾਲ ਜੋ ਨਾਬਾਲਗ ਸੀ ਜਬਰ ਜਨਾਹ ਕੀਤਾ ਗਿਆ। ਉਸ ਤੋਂ ਬਾਅਦ ਜੋ ਉਸਦਾ ਬੱਚਾ ਹੋਇਆ ਉਸਨੂੰ ਮਾਰਨ ਦੇ ਕਰਕੇ ਉਸ ਦੋਸ਼ ਹੇਠ ਉਸਨੂੰ ਗ੍ਰਿਫਤਾਰ ਕੀਤਾ ਗਿਆ। ਬਰੈਂਪਟਨ ਪੁਲਿਸ ਵੱਲੋਂ ਉਸਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬਰੈਂਪਟਨ ਦੇ ਵਿੱਚ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ। ਦਰਅਸਲ ਜਬਰ ਜਨਾਹ ਅਤੇ ਨਵਜੰਮੇ ਬੱਚੇ ਦਾ ਕਤਲ ਕਰਨ ਦੇ ਦੋਸ਼ ਹੇਠ ਅਮਰੀਕਾ ਤੋਂ ਭੱਜੇ ਬਖਸ਼ਿੰਦਰਪਾਲ ਸਿੰਘ ਮਾਨ ਦੀ ਬਰੈਂਪਟਨ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਦੱਸ ਦਈਏ ਕਿ ਬਖਸ਼ਿੰਦਰਪਾਲ ਵੱਲੋਂ ਆਪਣੀ ਰਿਸ਼ਤੇਦਾਰ ਕੁੜੀ ਦੇ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਇਸ ਤੋਂ ਬਾਅਦ ਬੱਚੇ ਦੇ ਕਤਲ ਦੇ ਦੋਸ਼ ਹੇਠ 2 ਸਾਲਾਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਤੋਂ ਬਖਸ਼ਿੰਦਰਪਾਲ ਸਿੰਘ ਭੱਜ ਗਿਆ ਸੀ। ਦੱਸੀਏ ਕਿ ਪੀਲ ਪੁਲਿਸ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੀ ਮਦਦ ਦੇ ਨਾਲ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ। ਬਖਸ਼ਿੰਦਰਪਾਲ ਦੀ ਉਮਰ 26 ਸਾਲ ਦੱਸੀ ਗਈ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਅਮਰੀਕਨ ਆਫੀਸ਼ੀਅਲਸ ਦੇ ਹਵਾਲੇ ਬਖਸ਼ਿੰਦਰਪਾਲ ਨੂੰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਵਿਅਕਤੀ ਵੱਲੋਂ ਆਪਣੀ ਰਿਸ਼ਤੇਦਾਰ ਨਾਬਾਲਗ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਸੀ। ਨਵੰਬਰ 2018 ਦੌਰਾਨ ਉਸ ਦੇ ਜੋ ਬੱਚਾ ਹੋਇਆ, ਉਹ ਬੱਚਾ ਕੁੜੀ ਦੇ ਬੈਕਯਾਰਡ ਦੇ ਵਿੱਚ ਮ੍ਰਿਤਕ ਪਾਇਆ ਗਿਆ।
ਜਿਸ ਤੋਂ ਬਾਅਦ ਬਖਸ਼ਿੰਦਰਪਾਲ ਸਿੰਘ ਕੈਲੀਫੋਰਨੀਆ ਤੋਂ ਭੱਜ ਕੇ ਕੈਨੇਡਾ ਆ ਗਿਆ ਸੀ ਅਤੇ ਕਾਫੀ ਲੰਬੇ ਸਮੇਂ ਤੋਂ ਉਹ ਬਰੈਂਪਟਨ ਦੇ ਵਿੱਚ ਰਹਿ ਰਿਹਾ ਸੀ। ਬਖਸ਼ਿੰਦਰ ਦੇ ਗਿੱਟੇ ਦੇ ਉੱਪਰ GPS ਲਗਾਇਆ ਗਿਆ ਸੀ। ਇਸ ਨੂੰ ਸੁੱਟ ਕੇ ਉਹ ਫਰਾਰ ਹੋਇਆ। ਜਿਸ ਬੱਚੇ ਨੂੰ ਬਖਸ਼ਿੰਦਰਪਾਲ ਵੱਲੋਂ ਮਾਰਿਆ ਗਿਆ ਉਸ ਨੂੰ ਦਫਨ ਕਰ ਦਿੱਤਾ ਗਿਆ। ਇਸ ਦੋਸ਼ ਦੇ ਵਿੱਚ ਬੱਚੇ ਦੀ ਨਾਨੀ ਬੇਅੰਤ ਧਾਲੀਵਾਲ, ਜਿਸ ਦਾ ਨਾਮ ਦੱਸਿਆ ਗਿਆ, ਉਸ ਨੂੰ 25 ਸਾਲ ਦੀ ਸਜ਼ਾ ਹੋਈ ਸੀ। ਇਸ ਮਾਮਲੇ ਦੇ ਵਿੱਚ ਬੱਚੇ ਦੇ ਨਾਨਾ ਜਗਸੀਰ ਸਿੰਘ ਨੂੰ ਵੀ ਦੋਸ਼ੀ ਪਾਇਆ ਗਿਆ ਸੀ, ਜਿਸ ਵੱਲੋਂ ਬਾਅਦ ਦੇ ਵਿੱਚ ਖੁਦਕੁਸ਼ੀ ਕਰ ਲਈ ਗਈ। ਪੀਲ ਦੇ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਬਖਸ਼ਿੰਦਰ ਇੱਥੇ ਹੈ। ਇਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕਰ ਲਿਆ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਬਾਕੀ ਦੇਸ਼ਾਂ ਦੇ ਵਾਂਗ ਅੰਤਰਰਾਸ਼ਟਰੀ ਯਾਤਰਾ ਦੇ ਉੱਪਰ ਰੋਕ ਲਗਾਈ ਗਈ, ਜਾਣੀ ਕਿ ਇੰਟਰਨੈਸ਼ਨਲ ਫਲਾਈਟਸ ਨੂੰ ਬੰਦ ਕਰ ਦਿੱਤਾ ਗਿਆ ਜਿਹੜੀਆਂ ਨਾਨ ਐਸੈਂਸ਼ੀਅਲ ਨੇ। ਇਸ ਤੋਂ ਬਾਅਦ ਹੌਲੀ-ਹੌਲੀ ਕਰਕੇ ਜਿਸ ਤਰ੍ਹਾਂ ਬਾਕੀ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿਹੜੇ OCI ਕਾਰਡ ਹੋਲਡਰ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਉਹ ਭਾਰਤ ਦੇ ਵਿੱਚ ਆ ਸਕਦੇ ਨੇ। ਇੱਕ ਲੰਬਾ ਸਮਾਂ ਹੋ ਗਿਆ ਜਦੋਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਜਿਹੜੇ ਬੈਠੇ ਹੋਏ ਪੰਜਾਬੀ ਨੇ ਜਾਂ ਫਿਰ ਭਾਰਤੀ ਨੇ, ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣਾ ਚਾਹੁੰਦੇ ਨੇ। ਜਿਹੜੇ OCI ਕਾਰਡ ਹੋਲਡਰ ਨੇ ਉਹਨਾਂ ਦਾ ਜੋ ਕਾਰਡ ਹੈ ਉਹ ਐਕਸਪਾਇਰ ਹੋਣ ਵਾਲਾ ਹੈ। ਇਸ ਦੇ ਕਰਕੇ ਸਮਾਂ ਜਿਹੜਾ ਐਕਸਪਾਇਰ ਹੋਣ ਦਾ ਉਹ ਨੇੜੇ ਆ ਰਿਹਾ ਹੈ। ਮੰਗ ਕੀਤੀ ਜਾ ਰਹੀ ਹੈ ਕਿ ਦਸੰਬਰ ਤੱਕ ਇਸ ਦੇ ਵਿੱਚ ਵਾਧਾ ਕੀਤਾ ਜਾਵੇ। ਕੋਰੋਨਾ ਵਾਇਰਸ ਦੇ ਚੱਲਦਿਆਂ ਸਾਰੇ ਦੇਸ਼ਾਂ ਵੱਲੋਂ ਫਲਾਈਟਸ ਦੇ ਉੱਪਰ ਰੋਕ ਲਗਾ ਦਿੱਤੀ ਗਈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਹੁਣ ਜੋ ਰੋਕ ਲਗਾਈ ਗਈ ਉਸ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ। ਵਿਦੇਸ਼ਾਂ ਦੀ ਧਰਤੀ ਦੇ ਉੱਪਰ ਅਜਿਹੇ ਬਹੁਤ ਸਾਰੇ ਭਾਰਤੀ ਨੇ ਜਿਹੜੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਸ ਸਮੇਂ ਭਾਰਤ ਦੇ ਵਿੱਚ OCI ਕਾਰਡ ਹੋਲਡਰ ਅਤੇ PIO ਕਾਰਡ ਹੋਲਡਰ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਮਰਜੈਂਸੀ ਵੀਜ਼ੇ ਦੇ ਉੱਪਰ ਵੀ ਤੁਸੀਂ ਆ ਸਕਦੇ ਹੋ। ਅਜਿਹੇ ਵਿੱਚ ਭਾਰਤ ਵੱਲੋਂ ਐਲਾਨ ਕੀਤਾ ਗਿਆ ਸੀ ਕਿ OCI ਕਾਰਡ ਦੀ ਨਵੀਨੀਕਰਨ ਜਾਣੀ ਕਿ ਰੀਨਿਊ ਦੀ ਤਾਰੀਖ ਨੂੰ ਜੂਨ 30, 2021 ਤੱਕ ਵਧਾ ਦਿੱਤਾ ਗਿਆ। ਇਹ ਤਾਰੀਖ ਹੁਣ ਬਹੁਤ ਨੇੜੇ ਆ ਰਹੀ ਹੈ। ਇਸੇ ਦੇ ਕਾਰਨ ਜਿਹੜੇ OCI ਕਾਰਡ ਹੋਲਡਰ ਹਨ ਉਹਨਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ ਜੋ ਭਾਰਤ ਆਉਣਾ ਚਾਹੁੰਦੇ ਨੇ। ਅਜਿਹੇ 'ਚ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੀ ਮਿਆਦ ਨੂੰ ਜਾਣੀ ਕਿ OCI ਕਾਰਡ ਦੀ ਮਿਆਦ ਨੂੰ ਅੱਗੇ ਵਧਾ ਦਿੱਤਾ ਜਾਵੇ। ਅਜਿਹੀ ਮੰਗ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਰਦਾਰ ਸਤਨਾਮ ਸਿੰਘ ਚਾਹਲ ਵੱਲੋਂ ਵੀ ਕੀਤੀ ਗਈ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ OCI ਕਾਰਡਾਂ ਦੀ ਮਿਆਦ ਜਾਣੀ ਕਿ ਵੈਲਿਡਿਟੀ ਖਤਮ ਹੋ ਰਹੀ ਹੈ, ਉਹਨਾਂ ਦੇ ਰੀਨਿਊ ਹੋਣ ਦੀ ਤਾਰੀਖ ਨੂੰ 31 ਦਸੰਬਰ 2021 ਤੱਕ ਵਧਾ ਦਿੱਤਾ ਜਾਵੇ। ਵਿਦੇਸ਼ਾਂ ਦੀ ਧਰਤੀ ਦੇ ਉੱਪਰ ਅਜਿਹੇ ਬਹੁਤ ਸਾਰੇ ਭਾਰਤੀ ਨੇ ਜਿਨ੍ਹਾਂ ਨੂੰ ਇੱਕ ਲੰਬਾ ਸਮਾਂ ਹੋ ਗਿਆ ਹੈ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਮਿਲੇ। ਅਜਿਹੇ ਦੇ ਵਿੱਚ ਉਹ ਚਾਹੁੰਦੇ ਨੇ ਕਿ ਆਪਣੇ ਪਰਿਵਾਰ ਵਾਲਿਆਂ ਨੂੰ ਆ ਕੇ ਮਿਲਿਆ ਜਾਵੇ। ਬਹੁਤ ਸਾਰੇ ਅਜਿਹੇ ਵਿਦੇਸ਼ਾਂ ਦੇ ਉੱਪਰ ਭਾਰਤੀ ਹਨ ਜਿਨ੍ਹਾਂ ਵੱਲੋਂ ਆਪਣੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਇਸ ਸਮੇਂ ਭਾਰਤ ਦੇ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਨੇ। ਇਹਨਾਂ 'ਚੋਂ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਦਾ OCI ਕਾਰਡ ਰੀਨਿਊ ਹੋਣ ਵਾਲਾ ਹੈ। ਅਜਿਹੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਦਾਰ ਚਾਹਲ ਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਯਾਤਰੀਆਂ ਦਾ OCI ਕਾਰਡ ਖਤਮ ਹੋਣ ਵਾਲਾ ਹੈ ਜਾਣੀ ਕਿ ਉਹਨਾਂ ਦੀ ਵੈਲਿਡਿਟੀ ਖਤਮ ਹੋਣ ਵਾਲੀ ਹੈ, ਉਹਨਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਅਜਿਹਾ ਕਦਮ ਚੁੱਕੇ ਜਾਣ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਵਸਦੇ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਹੋਵੇਗੀ। ਕੈਨੇਡਾ ਦੇ ਵਿੱਚ 2020 ਦੌਰਾਨ ਆਬਾਦੀ ਘਟ ਹੋਈ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਗਿਆ ਕਿ ਵਿਸ਼ਵ ਯੁੱਧ ਪਹਿਲੇ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਏਡੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਅੰਦਰ ਪੋਪੂਲੇਸ਼ਨ ਘਟੀ ਹੋਵੇ। ਇਸ ਦਾ ਕਾਰਨ ਹੈ ਕਿ ਕੈਨੇਡਾ ਅੰਦਰ 2020 ਦੇ ਦੌਰਾਨ ਜ਼ਿਆਦਾ ਮੌਤਾਂ ਹੋਈਆਂ ਪਰ ਕੈਨੇਡਾ ਦੇ ਵਿੱਚ ਘੱਟ ਪ੍ਰਵਾਸੀ ਆਏ ਨੇ। ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਯੋਗਦਾਨ ਹੁੰਦਾ ਹੈ ਕੈਨੇਡਾ ਦੀ ਪੋਪੂਲੇਸ਼ਨ ਦੇ ਵਿੱਚ, ਕਿਉਂਕਿ ਟਰੈਵਲ ਰਿਸਟ੍ਰਿਕਸ਼ਨ ਯਾਤਰਾ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਕਰਕੇ ਇਹ ਗੱਲ ਸਾਹਮਣੇ ਆਈ ਹੈ ਕਿ 2020 ਦੇ ਦੌਰਾਨ ਕੈਨੇਡਾ ਅੰਦਰ ਆਬਾਦੀ ਘਟੀ। 2020 ਦੇ ਦੌਰਾਨ ਕੈਨੇਡਾ ਦੀ ਪੋਪੂਲੇਸ਼ਨ ਘੱਟ ਹੋਈ ਹੈ, ਮੌਤਾਂ ਦੀ ਗਿਣਤੀ ਵਧੀ ਹੈ ਅਤੇ ਇਮੀਗ੍ਰੈਂਟਸ ਦੇ ਆਉਣ ਦੀ ਗਿਣਤੀ ਘੱਟ ਹੋਣ ਦੇ ਕਾਰਨ ਇੱਥੇ 1916 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੈਨੇਡਾ ਦੀ ਆਬਾਦੀ ਬਹੁਤ ਘਟੀ ਹੋਵੇ। 2020 ਦੌਰਾਨ ਕੈਨੇਡਾ ਅੰਦਰ ਆਬਾਦੀ 'ਚ 0.4% ਹੀ ਵਾਧਾ ਹੋਇਆ। ਇਹ ਸਾਰੀ ਅਪਡੇਟ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਵਰਲਡ ਵਾਰ ਦੌਰਾਨ ਹੋਇਆ ਸੀ ਜਦੋਂ ਆਬਾਦੀ 0.3% ਹੀ ਵੱਧ ਹੋਈ ਸੀ। ਪਿਛਲੇ ਸਾਲ ਮੌਤਾਂ ਦੀ ਗਿਣਤੀ ਕਾਫੀ ਵਧੀ ਹੈ ਜੋ ਕਿ 5% ਸੀ। ਇਸ ਦਾ ਕਾਰਨ ਕੋਰੋਨਾ ਵਾਇਰਸ ਰਿਹਾ। ਕੈਨੇਡਾ ਦੇ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ 3 ਲੱਖ ਮੌਤਾਂ ਹੋਈਆਂ ਹੋਣ। 2020 ਦੇ ਦੌਰਾਨ ਦੇਸ਼ ਦੀ ਆਬਾਦੀ ਦੇ ਵਿੱਚ ਪ੍ਰਵਾਸੀਆਂ ਦਾ 58% ਹਿੱਸਾ ਰਿਹਾ। ਆਮ ਤੌਰ ਦੇ ਉੱਪਰ ਇਹ ਗਿਣਤੀ 80% ਹੁੰਦੀ ਹੈ। 2019 ਦੌਰਾਨ ਪ੍ਰਵਾਸੀਆਂ ਦਾ ਆਬਾਦੀ ਦੇ ਵਿੱਚ 86% ਦਾ ਯੋਗਦਾਨ ਸੀ।
ਇਸ ਦੇ ਨਾਲ ਹੀ ਸਟੈਟਿਸਟਿਕਸ ਕੈਨੇਡਾ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਸਾਲ ਕੈਨੇਡਾ ਵੱਲੋਂ 86,000 ਟੈਂਪਰੇਰੀ ਰੈਜ਼ੀਡੈਂਟਸ ਗਵਾਏ ਗਏ। ਇਸ ਦੇ ਨਾਲ ਹੀ 2021 ਤੋਂ ਲੈ ਕੇ 2023 ਤੱਕ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਖਾਸ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਅੰਦਰ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਦਾ ਕਾਰਨ ਇਹ ਵੀ ਸੀ ਕਿ 2020 ਦੇ ਦੌਰਾਨ ਜੋ ਟਰੈਵਲ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ, ਇਸ ਦੇ ਚੱਲਦਿਆਂ ਕੈਨੇਡਾ ਅੰਦਰ ਬਹੁਤ ਘੱਟ ਗਿਣਤੀ ਦੇ ਵਿੱਚ ਪ੍ਰਵਾਸੀ ਆਏ ਸਨ। ਇਹੀ ਇੱਕ ਵੱਡਾ ਕਾਰਨ ਸੀ ਕਿ ਕੈਨੇਡਾ ਦੀ ਆਬਾਦੀ ਇੰਨੀ ਘਟੀ ਹੈ। ਬਰਨਵੀ ਪੁਲਿਸ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਬਰਨਵੀ ਦੇ ਵਿੱਚ ਇੱਕ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਇੱਕ 19 ਸਾਲ ਦੇ ਲੜਕੇ ਨੂੰ ਇਸ ਦੌਰਾਨ ਸੱਟਾਂ ਆਈਆਂ, ਜਿਸ ਨੂੰ ਟੱਕਰ ਮਾਰੀ ਗਈ। ਜੋ ਵਾਹਨ ਚਲਾ ਰਿਹਾ ਵਿਅਕਤੀ ਸੀ ਅਤੇ ਇਹ 19 ਸਾਲ ਦੇ ਲੜਕੇ ਆਪਸ ਦੇ ਵਿੱਚ ਇਹਨਾਂ ਦੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਜੋ ਵਾਹਨ ਚਲਾਉਣ ਵਾਲਾ ਸੀ ਟੱਕਰ ਮਾਰ ਕੇ ਫਰਾਰ ਹੋ ਗਿਆ। ਬਰਨਵੀ ਤੋਂ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ 19 ਸਾਲ ਦੇ ਟੀਨੇਜਰ ਨੂੰ ਸੱਟਾਂ ਆਈਆਂ ਨੇ। ਇਸ ਮਾਮਲੇ ਦੇ ਬਾਰੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬਰਨਵੀ ਦੀ ਪੁਲਿਸ ਵੱਲੋਂ ਇਸ ਦੇ ਨਾਲ ਸੰਬੰਧਿਤ ਅਪਡੇਟ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹਨਾਂ ਦੀ ਆਪਸ ਦੇ ਵਿੱਚ ਗੱਲਾਂ ਰਾਹੀਂ ਤਕਰਾਰ ਹੋ ਗਈ ਸੀ। 19 ਸਾਲ ਦੇ ਟੀਨੇਜਰ ਨੂੰ ਇਸ ਮੌਕੇ ਦੇ ਉੱਪਰ ਟੱਕਰ ਮਾਰੀ ਗਈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਗੱਡੀ ਦੇ ਵਿੱਚ ਵਿਅਕਤੀ ਬੈਠਾ ਹੋਇਆ ਸੀ, ਉਸ ਦੇ ਨਾਲ ਉਸ ਦੀ ਤਕਰਾਰ ਹੋ ਗਈ। ਜਿਸ ਸਮੇਂ ਇਹ ਪੂਰਾ ਮਾਮਲਾ ਵਾਪਰਿਆ, ਉਸ ਸਮੇਂ ਤੜਕੇ ਅੱਧੀ ਰਾਤ ਦਾ ਸਮਾਂ ਸੀ। ਇਸ 19 ਸਾਲਾ ਟੀਨੇਜਰ ਨੂੰ ਟੱਕਰ ਮਾਰਨ ਤੋਂ ਬਾਅਦ ਜੋ ਗੱਡੀ ਨੂੰ ਚਲਾ ਰਿਹਾ ਸੀ, ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਇਹ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਜਿਸ ਲੜਕੇ ਨੂੰ ਇਸ ਦੌਰਾਨ ਸੱਟਾਂ ਆਈਆਂ, ਉਸ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਨਾਲ ਦੀ ਨਾਲ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਉਸ ਦੀ ਇਨਫੋਰਮੇਸ਼ਨ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਮਾਮਲੇ ਦੇ ਬਾਰੇ ਵਿੱਚ ਬਰਨਵੀ RCMP ਵੱਲੋਂ ਟਵੀਟ ਕਰਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। IRCC ਵੱਲੋਂ ਇੱਕ ਅਪਡੇਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਕਰੋਨਾ ਵਾਇਰਸ ਦੇ ਕਰਕੇ ਜੋ ਵੱਖ-ਵੱਖ ਵੀਜ਼ਾ ਦੇ ਨਾਲ ਸੰਬੰਧਿਤ ਉਹਨਾਂ ਦੇ ਕੋਲ ਅਰਜ਼ੀਆਂ ਆਈਆਂ, ਉਸ ਨੂੰ ਸਮਾਂ ਲੱਗ ਰਿਹਾ ਹੈ। ਇਸ ਦੇ ਵਿੱਚ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਵੀਜ਼ਾ ਨੂੰ ਕਿੰਨਾ ਸਮਾਂ ਲੱਗ ਰਿਹਾ ਹੈ, ਜਾਣੀ ਕਿ ਜੋ ਵੱਖ-ਵੱਖ ਵੀਜ਼ਾ ਦੇ ਆਧਾਰ ਦੇ ਉੱਪਰ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਪਹਿਲ ਦੇ ਆਧਾਰ ਦੇ ਉੱਪਰ ਕਿਹਨਾਂ ਅਰਜ਼ੀਆਂ ਨੂੰ ਕਲੀਅਰੈਂਸ ਦਿੱਤੀ ਜਾ ਰਹੀ ਹੈ ਅਤੇ ਕਿਹਨਾਂ ਨੂੰ ਕਿੰਨਾ ਸਮਾਂ ਲੱਗ ਰਿਹਾ ਹੈ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਹੜੇ ਵੀਜ਼ੇ ਦੇ ਵਾਸਤੇ ਤੁਸੀਂ ਅਪਲਾਈ ਕੀਤਾ ਹੈ, ਉਸ ਨੂੰ ਕਿੰਨਾ ਸਮਾਂ ਲੱਗੇਗਾ। ਪੈਂਡੈਮਿਕ ਦੇ ਦੌਰਾਨ ਪ੍ਰੋਸੈਸਿੰਗ ਟਾਈਮਲਾਈਨ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਮੁਹੱਈਆ ਕਰਵਾਈ ਗਈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਸਰਵਿਸਿਜ਼ ਦੇ ਵਿੱਚ ਕਰੋਨਾ ਦੇ ਕਰਕੇ ਦੇਰੀ ਆ ਰਹੀ ਹੈ। ਦੱਸ ਦਈਏ ਕਿ ਬਹੁਤ ਸਾਰੇ ਲੋਕ ਵਿਜ਼ਿਟਰ ਵੀਜ਼ਾ, ਸਪਾਊਸ ਵੀਜ਼ਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਵੀਜ਼ੇ ਬਾਰੇ ਲਗਾਤਾਰ ਅਪਡੇਟ ਪੁੱਛਦੇ ਰਹੇ ਨੇ। ਸੋ ਇਸ ਖਬਰ ਦੇ ਵਿੱਚ ਇਹਨਾਂ तमाम ਵੱਖ-ਵੱਖ ਵੀਜ਼ਾ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੇ ਵੀਜ਼ੇ ਵਾਸਤੇ ਤੁਸੀਂ ਅਪਲਾਈ ਕੀਤਾ ਹੈ, ਉਸ ਨੂੰ ਕਿੰਨਾ ਸਮਾਂ ਲੱਗੇਗਾ। ਸੋ ਇੱਕ-ਇੱਕ ਕਰਕੇ ਤੁਹਾਡੇ ਨਾਲ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਸਾਂਝੀ ਕਰਦੇ ਹਾਂ। ਪਰਮਾਨੈਂਟ ਰੈਜ਼ੀਡੈਂਟ IRCC ਨੇ ਕਿਹਾ ਹੈ ਕਿ ਉਹਨਾਂ ਵੱਲੋਂ PR ਐਪਲੀਕੇਸ਼ਨ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ, ਪਰ COVID-19 ਦੇ ਕਰਕੇ ਅਰਜ਼ੀਆਂ ਦਾ ਬੈਕਲੌਗ ਜਮ੍ਹਾਂ ਹੋ ਗਿਆ ਹੈ, ਜਿਸ ਦੇ ਕਾਰਨ ਡਿਲੇ ਹੋ ਰਿਹਾ ਹੈ। ਉਹਨਾਂ ਵੱਲੋਂ ਪਹਿਲਾਂ ਉਹਨਾਂ ਐਪਲੀਕੇਸ਼ਨਸ ਨੂੰ ਕਲੀਅਰ ਕੀਤਾ ਜਾਵੇਗਾ ਜਿਹੜੀਆਂ ਮਈ 24 ਤੋਂ ਮਈ 30, 2020 ਦੇ ਦੌਰਾਨ ਉਹਨਾਂ ਨੂੰ ਮਿਲੀਆਂ, ਜਾਣੀ ਕਿ ਜੋ ਅਰਜ਼ੀਆਂ 10 ਮਹੀਨੇ ਪਹਿਲਾਂ ਮਿਲੀਆਂ, ਸਭ ਤੋਂ ਪਹਿਲਾਂ ਉਹਨਾਂ ਨੂੰ ਕਲੀਅਰ ਕੀਤਾ ਜਾਵੇਗਾ। PR ਕਾਰਡ ਜਿਨ੍ਹਾਂ ਲੋਕਾਂ ਵੱਲੋਂ PR ਕਾਰਡ ਦੇ ਵਾਸਤੇ ਅਪਲਾਈ ਕੀਤਾ ਗਿਆ ਹੈ ਜਾਂ ਫਿਰ ਰੀਨਿਊ ਹੋਣ ਲਈ ਦਿੱਤੇ ਨੇ, ਉਹ ਇਸ ਦਾ ਆਨਲਾਈਨ ਸਟੇਟਸ ਦੇਖ ਸਕਦੇ ਨੇ। ਜੇਕਰ ਆਨਲਾਈਨ ਸਟੇਟਸ ਨਹੀਂ ਦਿਖ ਰਿਹਾ ਤਾਂ IRCC ਦੀ ਵੈਬਸਾਈਟ ਦੇ ਉੱਪਰ ਵੀ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ PR ਕਾਰਡ ਨੂੰ 125 ਦਿਨਾਂ ਦੇ ਵਿੱਚ ਪ੍ਰੋਸੀਡ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਰੀਨਿਊਵਲ ਦੇ ਵਾਸਤੇ ਕਾਰਡ ਦਿੱਤਾ ਹੈ ਤੇ ਉਸ ਨੂੰ 80 ਦਿਨਾਂ ਦਾ ਸਮਾਂ ਲੱਗ ਰਿਹਾ ਹੈ। ਸਿਟੀਜ਼ਨਸ਼ਿਪ ਜਿਨ੍ਹਾਂ ਐਪਲੀਕੈਂਟਸ ਨੂੰ AOR ਲੈਟਰ ਮਿਲ ਚੁੱਕਿਆ ਹੈ, ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਮਾਰਚ 31, 2019 ਤੋਂ ਲੈ ਕੇ ਅਪ੍ਰੈਲ 6, 2019 ਵਾਲੀਆਂ ਐਪਲੀਕੇਸ਼ਨ ਨੂੰ ਫਾਈਨਲਾਈਜ਼ ਕੀਤਾ ਜਾ ਰਿਹਾ ਹੈ। ਜਿਹੜੇ ਅਜੇ AOR ਦੀ ਵੇਟ ਕਰ ਰਹੇ ਹਨ, ਉਹਨਾਂ ਚੋਂ ਜਨਵਰੀ 21, 2021 ਵਾਲਿਆਂ ਨੂੰ ਇਹ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰੂਫ ਆਫ ਸਿਟੀਜ਼ਨਸ਼ਿਪ ਦੇ ਵਾਸਤੇ 5 ਮਹੀਨੇ ਦਾ ਸਮਾਂ ਲੱਗ ਰਿਹਾ ਹੈ, ਜਾਣੀ ਕਿ 5 ਮਹੀਨਿਆਂ ਦੇ ਵਿੱਚ ਇਸ ਦੀ ਪ੍ਰੋਸੈਸਿੰਗ ਹੋ ਰਹੀ ਹੈ। ਉਸ ਤੋਂ ਬਾਅਦ ਸਪਾਊਸਲ, ਕਾਮਨ ਲਾਅ, ਡਿਪੈਂਡੈਂਟ ਚਾਈਲਡ ਸਪਾਂਸਰਸ਼ਿਪ ਦੇ ਬਾਰੇ ਵਿੱਚ ਜੇਕਰ ਗੱਲ ਕਰੀਏ, ਜਿਨ੍ਹਾਂ ਦਾ ਐਪਲੀਕੇਸ਼ਨ ਟਾਈਪ ਇਨਲੈਂਡ ਹੈ,
ਉਹਨਾਂ ਵਿੱਚੋਂ ਜਿਹੜੀਆਂ ਐਪਲੀਕੇਸ਼ਨ ਸਤੰਬਰ 29 ਅਤੇ ਅਕਤੂਬਰ 5 2019 ਦੌਰਾਨ ਮਿਲੀਆਂ ਉਹਨਾਂ ਨੂੰ ਫਾਈਨਲਾਈਜ਼ ਕੀਤਾ ਜਾ ਰਿਹਾ ਹੈ। ਸਪਾਊਸਲ ਕਾਮਨ ਲਾ ਡਿਪੈਂਡੈਂਟ ਚਾਈਲਡ ਸਪਾਂਸਰਸ਼ਿਪ ਜਿਨ੍ਹਾਂ ਦਾ ਐਪਲੀਕੇਸ਼ਨ ਟਾਈਪ ਆਊਟਲੈਂਡ ਹੈ, ਇਸ ਵਿੱਚ ਮਾਰਚ 26 ਅਤੇ ਜੂਨ 1 2019 ਵਾਲੀਆਂ ਐਪਲੀਕੇਸ਼ਨਸ ਨੂੰ ਫਾਈਨਲਾਈਜ਼ ਕੀਤਾ ਜਾ ਰਿਹਾ ਹੈ। ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਵੀਜ਼ਾ ਦੇ ਵਾਸਤੇ ਤੁਸੀਂ ਆਨਲਾਈਨ ਅਕਾਊਂਟ ਦੇ ਉੱਪਰ ਇਸ ਦੀ ਜਾਣਕਾਰੀ ਲੈ ਸਕਦੇ ਹੋ। ਅਡਾਪਟਿਵ ਚਾਈਲਡ ਅਤੇ ਰਿਲੇਟਿਵ ਦੇ ਬਾਰੇ ਵਿੱਚ ਵੀ ਤੁਸੀਂ ਆਨਲਾਈਨ ਜਾਣਕਾਰੀ ਹਾਸਲ ਕਰ ਸਕਦੇ ਹੋ। ਟੈਂਪਰੇਰੀ ਵਰਕਰ ਵੀਜ਼ਾ ਦੇ ਬਾਰੇ ਵਿੱਚ ਜੇਕਰ ਗੱਲ ਕਰੀਏ, ਵਰਕ ਪਰਮਿਟ ਆਊਟਸਾਈਡ ਕੈਨੇਡਾ ਜਿਨ੍ਹਾਂ ਵੱਲੋਂ ਆਨਲਾਈਨ ਪੇਪਰ ਜਮ੍ਹਾਂ ਕਰਵਾਏ ਗਏ, ਜਿਹੜੇ ਗਲੋਬਲ ਸਕਿੱਲਸ ਸਟ੍ਰੈਟਜੀ ਦੇ ਵਿੱਚ ਐਲੀਜੀਬਲ ਹਨ, ਉਹਨਾਂ ਦੀਆਂ ਸਤੰਬਰ 20 ਅਤੇ 26 2020 ਵਾਲੀਆਂ ਐਪਲੀਕੇਸ਼ਨਸ ਨੂੰ ਪਹਿਲਾਂ ਫਾਈਨਲਾਈਜ਼ ਕੀਤਾ ਜਾ ਰਿਹਾ ਹੈ। ਵਰਕ ਪਰਮਿਟ ਇਨਸਾਈਡ ਕੈਨੇਡਾ ਇਨੀਸ਼ੀਅਲ ਐਕਸਟੈਂਸ਼ਨਸ ਐਂਡ ਚੇਂਜਸ ਵਾਲੀਆਂ ਐਪਲੀਕੇਸ਼ਨਸ ਜਿਹੜੀਆਂ ਦਸੰਬਰ 13 ਅਤੇ 19 2020 ਦੌਰਾਨ ਦੀਆਂ ਹਨ, ਉਹਨਾਂ ਨੂੰ ਪਹਿਲਾਂ ਫਾਈਨਲਾਈਜ਼ ਕੀਤਾ ਜਾ ਰਿਹਾ ਹੈ। ਵਰਕ ਪਰਮਿਟ ਇਨਸਾਈਡ ਕੈਨੇਡਾ ਇਨੀਸ਼ੀਅਲ ਐਕਸਟੈਂਸ਼ਨਸ ਐਂਡ ਚੇਂਜਸ ਜਿਹੜੇ ਪੇਪਰ ਨੇ ਉਹਨਾਂ ਨੂੰ ਦਸੰਬਰ 13 ਅਤੇ 19 2020 ਵਾਲਿਆਂ ਨੂੰ ਪਹਿਲਾਂ ਫਾਈਨਲ ਕੀਤਾ ਜਾ ਰਿਹਾ ਹੈ। ਸਟੂਡੈਂਟ ਵੀਜ਼ਾ IRCC ਵੱਲੋਂ ਸਭ ਤੋਂ ਪਹਿਲਾਂ ਉਹਨਾਂ ਸਟੱਡੀ ਪਰਮਿਟ ਐਪਲੀਕੇਸ਼ਨਸ ਨੂੰ ਫਾਈਨਲਾਈਜ਼ ਕੀਤਾ ਜਾ ਰਿਹਾ ਹੈ ਜਿਹੜੀਆਂ ਉਹਨਾਂ ਨੂੰ ਦਸੰਬਰ 13 ਅਤੇ ਦਸੰਬਰ 29 2020 ਦੌਰਾਨ ਮਿਲੀਆਂ। ਇਸ ਦੇ ਵਿੱਚ ਸਟੱਡੀ ਪਰਮਿਟ ਐਕਸਟੈਂਸ਼ਨ, ਪੇਪਰ ਪਰਮਿਟਸ ਫॉर ਸਟੂਡੈਂਟ ਆਦਿ ਸਾਰੇ ਸ਼ਾਮਿਲ ਹਨ। ਦੱਸ ਦਈਏ ਕਿ ਜਿਹੜੀਆਂ ਕੰਪਲੈਕਸ ਐਪਲੀਕੇਸ਼ਨ ਹਨ ਉਹਨਾਂ ਨੂੰ ਪ੍ਰੋਸੈਸ ਹੋਣ ਦੇ ਵਾਸਤੇ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਸਮੇਂ ਕੈਨੇਡਾ ਦੇ ਵਿੱਚ ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਉਸ ਦੇ ਵਿੱਚ ਸਟੂਡੈਂਟਸ ਨੂੰ ਐਗਜ਼ੈਂਪਟ ਕੀਤਾ ਗਿਆ, ਜਾਣੀ ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਦਾਖਲੇ ਦੀ ਪਰਮਿਸ਼ਨ ਦਿੱਤੀ ਗਈ ਹੈ। ਜਿਨ੍ਹਾਂ ਕੋਲ ਸਟੱਡੀ ਪਰਮਿਟ ਹੈ ਉਹੀ ਕੈਨੇਡਾ ਆ ਸਕਦੇ ਹਨ ਜੇਕਰ ਉਹ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਦੇ ਵਿੱਚ ਜਾ ਰਹੇ ਹਨ। ਵਿਜ਼ਿਟਰ ਵੀਜ਼ਾ ਜੇਕਰ ਤੁਸੀਂ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਦੇ ਲਈ ਅਪਲਾਈ ਕੀਤਾ ਹੈ ਤਾਂ ਇਸ ਦੀ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ। ਵਰਜੀਨੀਆ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ 2 ਜਾਣਿਆਂ ਦੀ ਮੌਤ ਹੋ ਚੁੱਕੀ ਹੈ ਤੇ 8 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਜਿਹੜੇ ਜ਼ਖਮੀ ਨੇ ਉਹਨਾਂ ਵਿੱਚੋਂ ਕੁਝ ਅਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ, ਜਿਨ੍ਹਾਂ ਦੀ ਹਾਲਤ ਖਤਰੇ ਦੇ ਵਿੱਚ ਦੱਸੀ ਜਾ ਰਹੀ ਹੈ। ਇੱਕ ਔਰਤ ਜਿਸ ਨੂੰ ਗੋਲੀ ਲੱਗੀ ਉਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਵਰਜੀਨੀਆ ਵਿੱਚ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀਬਾਰੀ ਹੋਈ ਅਤੇ ਇਸ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋਏ ਹਨ। ਵਰਜੀਨੀਆ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸ਼ੁੱਕਰਵਾਰ ਰਾਤ 11 ਵਜੇ ਤੋਂ ਬਾਅਦ 8 ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ। ਇਹਨਾਂ 8 ਲੋਕਾਂ ਨੂੰ ਉਸੇ ਸਮੇਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ। ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਹਨਾਂ ਵਿੱਚੋਂ ਕਈ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਖਤਰੇ ਦੇ ਵਿੱਚ ਦੱਸੀ ਜਾ ਰਹੀ ਹੈ। ਜੋ ਰਿਲੀਜ਼ ਜਾਰੀ ਕੀਤੀ ਗਈ ਉਸ ਦੇ ਵਿੱਚ ਦੱਸਿਆ ਕਿ ਇੱਕ ਔਰਤ ਜਿਸ ਨੂੰ ਗਨ ਸ਼ਾਟ ਲੱਗਿਆ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੇ ਵਿੱਚ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਗੋਲੀਬਾਰੀ ਦੇ ਦੌਰਾਨ ਇੱਕ ਆਫੀਸਰ ਨੂੰ ਵੀ ਸੱਟਾਂ ਆਈਆਂ ਨੇ। ਇਸ ਸ਼ੂਟਿੰਗ ਦੀ ਪੂਰੀ ਘਟਨਾ ਦੇ ਬਾਰੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਇਹ ਵੀ ਪਤਾ ਚੱਲਿਆ ਹੈ ਕਿ ਹੋਰ ਆਫੀਸਰ ਦੇ ਵੱਲੋਂ ਸ਼ੂਟਿੰਗ ਸੀਨ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਮਾਰੀ ਗਈ। ਉਸ ਆਫੀਸਰ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਇਸ ਡਿਪਾਰਟਮੈਂਟ ਦੇ ਵਿੱਚ 5 ਸਾਲਾਂ ਤੋਂ ਹੈ ਅਤੇ ਉਹਨੂੰ ਸਪੈਸ਼ਲ ਆਪਰੇਸ਼ਨ ਡਿਵੀਜ਼ਨ ਦੇ ਵਿੱਚ ਅਸਾਈਨ ਕੀਤਾ ਗਿਆ। ਅਸਲੀ ਸ਼ੂਟਿੰਗ ਅਤੇ ਆਫੀਸਰ ਸ਼ੂਟਿੰਗ ਦੋਨਾਂ ਦੇ ਬਾਰੇ ਵਿੱਚ ਹੁਣ ਜਾਂਚ ਕੀਤੀ ਜਾ ਰਹੀ ਹੈ, ਇਹ ਵੀ ਰਿਲੀਜ਼ ਦੇ ਵਿੱਚ ਦੱਸਿਆ ਗਿਆ। ਨਿਊਜ਼ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਇਹ ਇੱਕ ਬੜਾ ਹੀ ਦੁਖਦ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਕਈ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਸਮੇਂ-ਸਮੇਂ ਦੇ ਉੱਪਰ ਚੁੱਕੀ ਜਾ ਰਹੀ ਹੈ। ਅਜਿਹਾ ਹੀ ਪੀਲ ਰੁਝਣ ਦੇ ਨੌਜਵਾਨਾਂ ਵੱਲੋਂ ਕਦਮ ਚੁੱਕਿਆ ਜਾ ਰਿਹਾ ਹੈ ਜਿੱਥੇ ਪ੍ਰਦਰਸ਼ਨ ਕੀਤਾ ਜਾਵੇਗਾ 4 ਅਪ੍ਰੈਲ ਨੂੰ। ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣ, ਇਹ ਅਪੀਲ ਕੀਤੀ ਗਈ ਹੈ। ਖਾਸ ਇਹ ਵੀ ਗੱਲ ਕਹੀ ਗਈ ਹੈ ਕਿ ਇਸ ਮੌਕੇ ਦੇ ਉੱਪਰ ਕਰੋਨਾ ਵਾਇਰਸ ਦੇ ਜਿਹੜੇ ਨਿਯਮ ਨੇ ਉਹਨਾਂ ਦਾ ਪਾਲਣ ਕੀਤਾ ਜਾਵੇ। ਇਸ ਦੌਰਾਨ ਪੈਦਲ ਮਾਰਚ ਭਾਰਤ ਦੇ ਕਿਸਾਨਾਂ ਦੇ ਲਈ ਕੱਢਿਆ ਜਾਵੇਗਾ। ਕੈਨੇਡਾ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਸ ਨੂੰ ਸਪੋਰਟ ਕੀਤਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਕਈ ਵੱਡੀਆਂ ਕਾਰ, ਜੀਪ ਰੈਲੀਆਂ ਕੱਢੀਆਂ ਜਾਂਦੀਆਂ ਨੇ, ਟਰੈਕਟਰ ਰੈਲੀਆਂ ਕੱਢੀਆਂ ਜਾਂਦੀਆਂ ਨੇ, ਇਸ ਦੇ ਨਾਲ ਹੀ ਪੈਦਲ ਮਾਰਚ ਵੀ ਕੀਤੇ ਜਾਂਦੇ ਨੇ। ਦੂਜੇ ਪਾਸੇ ਪੀਲ ਰੁਝਣ ਦੇ ਨੌਜਵਾਨਾਂ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ। ਉਹਨਾਂ ਵੱਲੋਂ ਜੋ ਪ੍ਰਦਰਸ਼ਨ ਕਿਸਾਨਾਂ ਦੇ ਲਈ ਕੀਤਾ ਜਾਵੇਗਾ ਉਸ ਦਾ ਨਾਮ ਸਾਰਿਆਂ ਦੀ ਜੁਗਨੀ ਰੱਖਿਆ ਗਿਆ। ਦੱਸੀਏ ਕਿ ਪੀਲ ਰੁਝਣ ਦੇ ਨੌਜਵਾਨਾਂ ਵੱਲੋਂ ਕਿਸਾਨ ਮਜ਼ਦੂਰਾਂ ਦੇ ਹੱਕ ਦੇ ਵਿੱਚ ਪੈਦਲ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਅਪ੍ਰੈਲ 4 ਜਾਣੀ ਕਿ ਐਤਵਾਰ ਦਾ ਦਿਨ ਨਿਰਧਾਰਿਤ ਕੀਤਾ ਗਿਆ। 12 ਵਜੇ ਪੈਦਲ ਮਾਰਚ ਦੀ ਸ਼ੁਰੂਆਤ ਹੋਵੇਗੀ ਜਿਹੜਾ ਕਿ ਵੈਸਟਵੁੱਡ ਮਾਲ ਤੋਂ ਚੱਲੇਗਾ ਅਤੇ ਪੌਲ ਕਾਫੀ ਪਾਰਕ ਮਾਲਟਨ ਦੇ ਵਿੱਚ ਜਾ ਕੇ ਮੁਕੰਮਲ ਹੋਵੇਗਾ।
ਇਸ ਅੰਦੋਲਨ ਦੇ ਆਰਗੇਨਾਈਜ਼ਰਸ ਜਾਣੀ ਪ੍ਰਬੰਧਕਾਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਇਸ ਪੈਦਲ ਮਾਰਚ ਦੇ ਦੌਰਾਨ ਜੋ ਕੋਰੋਨਾ ਵਾਇਰਸ ਦੇ ਨਿਯਮ ਨੇ ਉਹਨਾਂ ਦਾ ਪਾਲਣ ਕੀਤਾ ਜਾਵੇ। ਇਹਨਾਂ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਕਿਸਾਨਾਂ ਦੇ ਲਈ ਕੈਨੇਡਾ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿੱਥੇ ਮਹਾਪੰਚਾਇਤਾਂ ਵੀ ਕਰਵਾਈਆਂ ਜਾ ਰਹੀਆਂ ਨੇ, ਜਿਸ ਦੀ ਜਾਣਕਾਰੀ ਸਮੇਂ-ਸਮੇਂ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ। ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਤੂਫਾਨ ਆਇਆ, ਜਿਸ ਦੇ ਕਰਕੇ ਕਈ ਜਾਣੇ ਪ੍ਰਭਾਵਿਤ ਹੋਏ ਹਨ। ਬਹੁਤ ਸਾਰੇ ਘਰ ਨੁਕਸਾਨੇ ਗਏ ਅਤੇ ਕਈ ਲੋਕਾਂ ਦੀ ਜਾਨ ਵੀ ਚਲ ਗਈ ਹੈ। ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ 6 ਜਾਣਿਆਂ ਦੀ ਇਸ ਤੂਫਾਨ ਦੇ ਕਾਰਨ ਮੌਤ ਹੋ ਗਈ ਅਤੇ ਬਹੁਤ ਸਾਰੇ ਘਰ ਅਜਿਹੇ ਨੇ ਜਿਨ੍ਹਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪੈ ਰਿਹਾ ਹੈ। ਕਿਹਨਾਂ ਹਿੱਸਿਆਂ ਦੇ ਵਿੱਚ ਇਹ ਤੂਫਾਨ ਆਇਆ ਦੱਸਾਂਗੇ ਇਸ ਖਬਰ ਦੇ ਵਿੱਚ। ਅਮਰੀਕਾ ਦੇ ਕੁਝ ਸ਼ਹਿਰਾਂ ਦੇ ਵਿੱਚ ਤੂਫਾਨ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਤੂਫਾਨ ਦੇ ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੇ ਨਾਲ ਹੀ 38,000 ਦੇ ਕਰੀਬ ਅਜਿਹੇ ਘਰ ਨੇ ਜਿਨ੍ਹਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। ਅਮਰੀਕਾ ਦੇ ਦੱਖਣੀ ਹਿੱਸਿਆਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੂਫਾਨ ਦੇ ਕਾਰਨ ਕਈ ਲੋਕ ਪ੍ਰਭਾਵਿਤ ਹੋਏ ਨੇ। ਅਲਬਾਮਾ ਅਤੇ ਕਾਲਹੋਨ ਕਾਉਂਟੀ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਅਜਿਹੇ ਹਨ ਜੋ ਜ਼ਖਮੀ ਹੋਏ। ਇਸ ਦੇ ਨਾਲ ਹੀ ਇੱਕ ਮੌਤ ਵੈਸਟ ਜਾਰਜੀਆ ਦੇ ਵਿੱਚ ਵੀ ਦਰਜ ਕੀਤੀ ਗਈ ਹੈ, ਜਿੱਥੇ ਇੱਕ ਪਾਸੇ ਜਾਨੀ ਨੁਕਸਾਨ ਹੋਇਆ, ਦੂਸਰੇ ਪਾਸੇ ਕਈ ਘਰ ਵੀ ਅਜਿਹੇ ਨੇ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ, ਦਰੱਖਤ ਡਿੱਗ ਗਏ ਅਤੇ ਕਈ ਖੰਭੇ ਵੀ ਨੁਕਸਾਨੇ ਗਏ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਟੈਨੇਸੀ ਦੇ ਵਿੱਚ ਪਿਛਲੇ ਸਾਲ ਜੋ ਤੂਫਾਨ ਹੋਇਆ ਸੀ ਉਸ ਵੱਲੋਂ ਵੀ ਵੱਡੀ ਤਬਾਹੀ ਮਚਾਈ ਗਈ ਸੀ। ਇਹ ਤੂਫਾਨ 5 ਮਾਰਚ 2020 ਦੇ ਦੌਰਾਨ ਆਇਆ ਸੀ, ਜਿਸ ਦੇ ਵਿੱਚ 25 ਲੋਕਾਂ ਦੀ ਜਾਨ ਗਈ ਸੀ। ਇੰਨਾ ਹੀ ਨਹੀਂ, ਤੂਫਾਨ ਤੋਂ ਬਾਅਦ ਇੱਥੇ ਰਹਿਣ ਵਾਲੇ ਲੋਕਾਂ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਵੀ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਉਹਨਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਭੱਜਣਾ ਪਿਆ ਸੀ। ਅਮਰੀਕਾ ਦੇ ਅਲਬਾਮਾ ਤੇ ਜਾਰਜੀਆ ਦੇ ਵਿੱਚ ਜਿਹੜਾ ਹੁਣ ਤੂਫਾਨ ਆਇਆ ਹੈ ਉਸ ਵੱਲੋਂ ਵੀ ਇੱਕ ਭਾਰੀ ਤਬਾਹੀ ਮਚਾਈ ਗਈ ਹੈ, ਜਿਸ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਹੋਣਾ ਪਿਆ ਹੈ। 6 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਵੱਡੀ ਗਿਣਤੀ ਦੇ ਵਿੱਚ ਘਰ ਅਜਿਹੇ ਹਨ ਜਿਨ੍ਹਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਓਨਟਾਰੀਓ ਤੋਂ ਲਗਾਤਾਰ 2 ਦਿਨ ਹੈ ਜਦੋਂ 2000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੋ ਇੱਥੇ ਲਗਾਤਾਰ ਜੋ ਕੋਰੋਨਾ ਦੇ ਮਾਮਲੇ ਵੱਧ ਰਹੇ ਨੇ ਉਹ ਤਾਂ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਉਧਰ ਸਿਹਤ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਅਜਿਹਾ ਹੋ ਸਕਦਾ ਹੈ ਕਿ ਰੋਜ਼ਾਨਾ ਆਉਣ ਵਾਲੇ ਮਾਮਲੇ ਵੀ ਕੈਨੇਡਾ ਦੇ ਅੰਦਰ ਵੱਧ ਜਾਣ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2453 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ 16 ਮੌਤਾਂ ਵੀ ਰਿਕਾਰਡ ਕੀਤੀਆਂ ਗਈਆਂ। ਟੋਰਾਂਟੋ ਤੋਂ 814, ਪੀਲ ਰੀਜਨ ਤੋਂ 411, ਯਾਰਕ ਰੀਜਨ ਤੋਂ 263, ਹੈਮਿਲਟਨ ਤੋਂ 156 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 3,08,301 ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਓਨਟਾਰੀਓ ਹਸਪੀਟਲ ਐਸੋਸੀਏਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 401 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਤੋਂ 1009 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 8 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਰਕੇ ਚਲੀ ਗਈ। 3,07,394 ਕਨਫਰਮਡ ਕੇਸ ਹਨ ਅਤੇ ਹੁਣ ਤੱਕ 10,645 ਜਾਨਾਂ ਇਸ ਵਾਇਰਸ ਦੇ ਕਰਕੇ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 481 ਹੈ, ਜਿਨ੍ਹਾਂ ਵਿੱਚੋਂ 108 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਤੋਂ ਹੁਣ ਤੱਕ 9,60,000 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 22,851 ਦੇ ਕਰੀਬ ਅਜਿਹੇ ਲੋਕ ਨੇ ਜਿਨ੍ਹਾਂ ਦੀ ਮੌਤ ਇਸ ਵਾਇਰਸ ਦੇ ਕਰਕੇ ਹੋ ਚੁੱਕੀ ਹੈ। ਕੈਨੇਡਾ ਦੇ ਵਿੱਚ 8,96,000 ਦੇ ਕਰੀਬ ਰਿਕਵਰਡ ਮਾਮਲੇ ਨੇ, ਜਾਣੀ ਕਿ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ। ਸਰੀ ਦੇ ਵਿੱਚ ਕਾਰ ਜੀਪ ਰੈਲੀ ਕੱਢੀ ਗਈ, ਜਿਸ ਦੇ ਵਿੱਚ ਵੱਡੀ ਗਿਣਤੀ ਅੰਦਰ ਲੋਕ ਸ਼ਾਮਿਲ ਹੋਏ। ਇਹਨਾਂ ਵੱਲੋਂ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਗਈ ਅਤੇ ਕਿਸਾਨੀ ਨਾਅਰੇ ਲਗਾਏ ਗਏ। ਸੋ ਦਿਖਾਉਂਦੇ ਹਾਂ ਤੁਹਾਨੂੰ ਇਸ ਮੌਕੇ ਦੀਆਂ ਖਾਸ ਤਸਵੀਰਾਂ। ਦੱਸ ਦਈਏ ਕਿ ਇੱਥੇ ਇੱਕ ਵਾਰ ਫਿਰ ਤੋਂ ਖਾਲੀ ਜੁੱਤੀਆਂ ਰੱਖ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਦਿੱਲੀ ਅੰਦੋਲਨ ਦੇ ਦੌਰਾਨ ਆਪਣੀ ਜਾਨ ਗਵਾ ਲਈ। ਸਰੀ ਦੇ ਵਿੱਚ ਭਾਰਤ ਦੇ ਕਿਸਾਨਾਂ ਦੇ ਵਾਸਤੇ ਪ੍ਰੋਟੈਸਟ ਕੀਤਾ ਗਿਆ। ਅੱਜ ਸਰੀ ਦੇ ਵਿੱਚ ਜੀਪ ਤੇ ਕਾਰ ਰੈਲੀ ਕੱਢੀ ਗਈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ ਅਤੇ ਕਿਸਾਨੀ ਨਾਅਰੇ ਲਾਉਂਦੇ ਹੋਏ ਦਿਖਾਈ ਦਿੱਤੇ। ਇਸ ਦੀ ਸ਼ੁਰੂਆਤ 10:30 ਵਜੇ ਕੀਤੀ ਗਈ, ਜੋ ਕਿ 2 ਵਜੇ ਜਾ ਕੇ ਮੁਕੰਮਲ ਹੋਈ ਹੈ। ਦੱਸ ਦਈਏ ਕਿ ਇਸ ਪ੍ਰਦਰਸ਼ਨ ਦੀ ਸ਼ੁਰੂਆਤ ਬੀਅਰ ਕ੍ਰੀਕ ਪਾਰਕ ਤੋਂ ਕੀਤੀ ਗਈ, ਜੋ ਡੈਲਟਾ ਦੇ ਸਿਟੀ ਹਾਲ ਦੇ ਵਿੱਚ ਜਾ ਕੇ ਮੁਕੰਮਲ ਹੋਈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਹੋਏ ਉਹਨਾਂ ਵੱਲੋਂ ਆਪਣਾ ਪੱਖ ਇਸ ਕਿਸਾਨੀ ਅੰਦੋਲਨ ਦੇ ਬਾਰੇ ਵਿੱਚ ਰੱਖਿਆ ਗਿਆ। ਇਸ ਦੇ ਨਾਲ ਹੀ ਖਾਲੀ ਜੁੱਤੀਆਂ ਰੱਖ ਕੇ तमाम ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਕਿਸਾਨ ਅੰਦੋਲਨ ਦੇ ਦੌਰਾਨ ਆਪਣੀਆਂ ਜਾਨਾਂ ਗਵਾਈਆਂ ਗਈਆਂ। ਜੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਸ਼ਾਮਿਲ ਹੋਏ ਸਨ ਉਹਨਾਂ ਵੱਲੋਂ ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਵੀ ਪਾਲਣਾ ਕੀਤੀ ਗਈ।
ਸੋ ਦਿਖਾਉਂਦੇ ਹਾਂ ਤੁਹਾਨੂੰ ਇਸ ਰੈਲੀ ਦੀਆਂ ਝਲਕੀਆਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਕੈਨੇਡਾ ਆਉਣ ਤੋਂ ਨਾ ਕਰਨ ਲੱਗੇ ਵਿਦਿਆਰਥੀ, ਵਾਧੂ ਖਰਚੇ ਨੇ ਬਦਲੇ ਵਿਦਿਆਰਥੀਆਂ ਦੇ ਮਨ। ਜਬਰ ਜਨਾਹ ਤੇ ਬੱਚੇ ਦਾ ਕਤਲ ਕਰਕੇ ਭੱਜਣ ਵਾਲਾ ਗ੍ਰਿਫਤਾਰ। ਅਮਰੀਕਾ ਤੋਂ ਭੱਜਾ ਬਰੈਂਪਟਨ ਤੋਂ ਗ੍ਰਿਫਤਾਰ। OCI ਕਾਰਡ ਧਾਰਕਾਂ ਦੀ ਭਾਰਤ ਸਰਕਾਰ ਤੋਂ ਮੰਗ, ਕਾਰਡ ਨਵੀਨੀਕਰਨ ਦੀ ਤਾਰੀਖ ਨੂੰ ਵਧਾਇਆ ਜਾਵੇ। 2020 ਦੇ ਵਿੱਚ ਘਟ ਹੋਈ ਕੈਨੇਡਾ ਦੀ ਆਬਾਦੀ, ਵਿਸ਼ਵ ਯੁੱਧ ਤੋਂ ਬਾਅਦ ਹੋਇਆ ਅਜਿਹਾ ਪਹਿਲੀ ਵਾਰ। ਬਰਨੇਵੀ ਤੋਂ ਹਿੱਟ ਐਂਡ ਰਨ ਦਾ ਮਾਮਲਾ ਆਇਆ ਸਾਹਮਣੇ, 19 ਸਾਲ ਦੇ ਲੜਕੇ ਦੇ ਲੱਗੀਆਂ ਸੱਟਾਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।